ਸਤਿ ਸ਼੍ਰੀ ਅਕਾਲ। ਮੈਂ ਦਲਜੀਤ ਕੌਰ, ਵੋਕੇਸ਼ਨਲ ਮਿਸਟਰਸ, ਇੰਪੋਰਟ ਐਕਸਪੋਰਟ ਮੈਨੇਜਮੈਂਟ ਟ੍ਰੇਡ ਦੇ ਅੰਡਰ ਗਵਰਨਮੈਂਟ ਸੀਨੀਅਰ ਸੈਕੰਡਰੀ ਸਕੂਲ ਭਾਰਸਿੰਘਪੁਰਾ ਜਲੰਧਰ ਡਿਸਟ੍ਰਿਕਟ ਵਿਖੇ ਸੇਵਾਵਾਂ ਨਿਭਾ ਰਹੀ ਹਾਂ। ਅੱਜ ਅਸੀਂ 12ਵੀਂ ਕਲਾਸ ਦਾ ਇੰਪੋਰਟ ਐਕਸਪੋਰਟ ਮੈਨੇਜਮੈਂਟ ਟ੍ਰੇਡ ਦੇ ਅੰਡਰ ਸਬਜੈਕਟ ਇੰਪੋਰਟ ਮੈਨੇਜਮੈਂਟ ਦਾ 9ਵਾਂ ਟੌਪਿਕ ਸਿਲੈਕਟਿੰਗ ਦ ਪ੍ਰੋਡਕਟ, ਮਤਲਬ ਜਿਹੜਾ ਉਤਪਾਦ ਅਸੀਂ ਖਰੀਦਣਾ ਹੈ, ਆਯਾਤ ਕਰਨਾ ਹੈ, ਕਿਵੇਂ ਖਰੀਦਣਾ ਹੈ, ਕਿਵੇਂ ਉਹਨੂੰ ਸਿਲੈਕਟ ਕਰਨਾ ਹੈ ਕਿ ਸਾਨੂੰ ਕੀ ਚਾਹੀਦਾ, ਕਿਹੜੀ ਮਾਰਕੀਟ 'ਚੋਂ ਅਸੀਂ ਉਹਨੂੰ ਸਿਲੈਕਟ ਕਰਨਾ ਅਤੇ ਉਹਨੂੰ ਖਰੀਦਣ ਦਾ ਕੀ ਪ੍ਰੋਸੀਜਰ ਹੋਏਗਾ, ਕਿ ਉਹਦੇ ਵਿੱਚ ਫੋਰਮੈਲਿਟੀਜ਼ ਹੋਣਗੀਆਂ, ਉਹ ਸਾਰਾ ਕੰਮ ਅਸੀਂ ਕਿਵੇਂ ਕਰਨਾ, ਇਸ ਟੌਪਿਕ ਦੇ ਅੰਡਰ ਅਸੀਂ ਪੜ੍ਹਾਂਗੇ। ਸਿਲੈਕਟਿੰਗ ਦਾ ਪ੍ਰੋਡਕਟ, ਉਤਪਾਦ ਦੀ ਚੋਣ ਕਰਨਾ। ਇਹ 6 ਪੁਆਇੰਟਸ ਨੇ ਮੇਨ। ਜਿਵੇਂ ਅਸੀਂ ਕੋਈ ਉਤਪਾਦ ਜੋ ਸਿਲੈਕਟ ਕਰਨਾ ਹੈ ਕਿ ਅਸੀਂ ਕੀ ਖਰੀਦਣਾ, ਕਿਵੇਂ ਖਰੀਦਣਾ, ਉਸ ਪ੍ਰੋਸੈਸ ਨੂੰ ਮੈਂ 6 ਪੁਆਇੰਟਸ ਦੇ ਵਿੱਚ ਲਿਖਿਆ। ਫਸਟ ਵਨ ਇਜ਼ ਡਿਸਾਈਡ ਔਨ ਅ ਮਾਰਕੀਟ ਦੈਟ ਯੂ ਵਾਂਟ ਟੂ ਐਂਟਰ। ਉਸ ਮਾਰਕੀਟ ਬਾਰੇ ਫੈਸਲਾ ਕਰੋ ਜਿਸ ਵਿੱਚ ਤੁਸੀਂ ਦਾਖਲ ਹੋਣਾ ਚਾਹੁੰਦੇ ਹੋ। ਸੈਕਿੰਡ ਵਨ ਇਜ਼ ਸਟੱਡੀ ਦ ਲੋਕਲ ਡਿਮਾਂਡ ਆਫ ਦ ਕੰਟਰੀ। ਦੇਸ਼ ਦੀ ਸਥਾਨਕ ਮੰਗ ਦਾ ਅਧਿਐਨ ਕਰਨਾ। ਬੀ ਐਕਟਿਵ ਆਨਲਾਈਨ ਸਰਗਰਮ ਰਹੋ। ਫੋਰਥ ਵਨ ਇਜ਼ ਫਾਈਂਡ ਐਨ ਐਕਸਪੋਰਟਰ ਟੂ ਵਰਕ ਵਿਦ ਡਿਊਰਿੰਗ ਦਿਸ ਪ੍ਰੋਸੈਸ। ਇਸ ਪ੍ਰਕਿਰਿਆ ਦੇ ਦੌਰਾਨ ਕੰਮ ਕਰਨ ਲਈ ਇੱਕ ਨਿਰਯਾਤਕਾਰ ਲੱਭੋ। ਫਿਫਥ ਵਨ ਇਜ਼ ਗੈਟ ਫੈਮਲੀਅਰ ਵਿਦ ਦੀ ਪੇਪਰ ਵਰਕ ਐਂਡ ਲੋਕਲ ਨੋਰਮਸ। ਕਾਗਜ਼ੀ ਕਾਰਵਾਈ ਅਤੇ ਸਥਾਨਕ ਨਿਯਮਾਂ ਤੋਂ ਜਾਣੂ ਹੋਣਾ। ਸਿਕਸਥ ਵਨ ਇਜ਼ ਗੈਟ ਇਨ ਕੰਟੈਕਟ ਵਿਦ ਫੋਰਨ ਅੰਬੈਸੀਜ਼, ਟ੍ਰੇਡ ਡਿਵੈਲਪਮੈਂਟ ਆਫਿਸ। ਵਿਦੇਸ਼ੀ ਦੂਤਾਵਾਸਾਂ ਦੇ ਵਪਾਰ ਵਿਕਾਸ ਦਫ਼ਤਰ ਨਾਲ ਸੰਪਰਕ ਕਰਨਾ। ਸਭ ਤੋਂ ਪਹਿਲਾਂ ਅਸੀਂ ਇਹ ਡਿਸਾਈਡ ਕਰਨਾ ਹੈ ਕਿ ਕਿਸ ਮਾਰਕੀਟ ਦੇ ਵਿੱਚੋਂ ਸਿਲੈਕਟਿੰਗ ਦੀ ਪ੍ਰੋਡਕਟ, ਉਤਪਾਦ ਦੀ ਚੋਣ ਕਰਨਾ। ਆਯਾਤ ਦੇ ਖੇਤਰ ਵਿੱਚ ਜਦੋਂ ਕੋਈ ਕੰਪਨੀ ਇਹ ਨਿਰਣਾ ਲੈਂਦੀ ਹੈ ਕਿ ਅਸੀਂ ਅਸਲ ਵਿੱਚ ਉਸ ਨੂੰ ਕਿਸ ਉਤਪਾਦ ਦੀ ਜ਼ਰੂਰਤ ਹੈ, ਤਾਂ ਉਸ ਅੱਗੇ ਵੱਖ-ਵੱਖ ਪ੍ਰਸ਼ਨ ਆਉਂਦੇ ਆ, ਜਿਵੇਂ ਕਿ ਉਤਪਾਦ ਭਾਰਤ ਵਿੱਚ ਮਿਲੇਗਾ, ਕਿੱਥੇ ਮਿਲੇਗਾ, ਕਿਸ ਕੀਮਤ 'ਤੇ ਮਿਲੇਗਾ, ਕਿਸ ਕੁਆਲਿਟੀ ਦਾ ਮਿਲੇਗਾ। ਘਰੇਲੂ ਮਾਰਕੀਟ ਵਿੱਚ ਜੇ ਨਹੀਂ ਮਿਲ ਰਿਹਾ ਤਾਂ ਵਿਦੇਸ਼ੀ ਮਾਰਕੀਟ ਵਿੱਚ ਦੇਖਿਆ ਜਾਂਦਾ ਹੈ, ਤੇ ਕਈ ਵਾਰ ਵਿਦੇਸ਼ੀ ਮਾਰਕੀਟ ਵਿੱਚ ਘੱਟ ਮੁੱਲ ਤੇ ਵਧੀਆ ਕੁਆਲਿਟੀ ਦਾ ਮਿਲ ਰਿਹਾ ਹੋਵੇ ਤਾਂ ਆਯਾਤ ਕਰਨ ਦਾ ਨਿਰਣਾ ਲਿਆ ਜਾਂਦਾ ਹੈ। ਇਸ ਨਿਰਣੇ ਤੋਂ ਬਾਅਦ ਜੋ ਵੱਖ-ਵੱਖ ਕਾਰਕ ਅਸੀਂ ਧਿਆਨ ਵਿੱਚ ਰੱਖਣੇ ਹਨ ਉਹ ਇਸ ਪ੍ਰਕਾਰ ਹਨ। ਹਾਂਜੀ ਬੱਚੇ, ਜਦੋਂ ਅਸੀਂ ਆਯਾਤ ਦੇ ਖੇਤਰ ਵਿੱਚ ਆਪਣੀ ਇੱਕ ਕੰਪਨੀ ਸਟੈਬਲਿਸ਼ ਕੀਤੀ, ਉਸ ਕੰਪਨੀ ਨੂੰ ਸਟੈਬਲਿਸ਼ ਕਰਨ ਤੋਂ ਬਾਅਦ ਅਸੀਂ ਇਹ ਡਿਸਾਈਡ ਕੀਤਾ ਕਿ ਅਸੀਂ ਇਹ ਡਿਸਾਈਡ ਕਰਨਾ ਕਿ ਅਸੀਂ ਜਿਹੜਾ ਸਾਨੂੰ ਪ੍ਰੋਡਕਟ ਚਾਹੀਦਾ, ਉਤਪਾਦ ਚਾਹੀਦਾ, ਜਿਹਦੀ ਸਾਨੂੰ ਜ਼ਰੂਰਤ ਹੈ, ਉਹ ਅਸੀਂ ਕਿਸ ਮਾਰਕੀਟ 'ਚੋਂ ਖਰੀਦਣਾ। ਸਭ ਤੋਂ ਪਹਿਲਾਂ ਅਸੀਂ ਆਪਣੇ ਦੇਸ਼ ਦੀ ਘਰੇਲੂ ਮਾਰਕੀਟ ਨੂੰ ਦੇਖਾਂਗੇ ਕਿ ਉਹ ਪ੍ਰੋਡਕਟ ਸਾਨੂੰ ਕਿੱਥੇ ਮਿਲ ਰਿਹਾ, ਕਿਸ ਰੇਟ 'ਤੇ ਮਿਲ ਰਿਹਾ, ਕਿਸ ਕੁਆਲਿਟੀ ਦਾ ਮਿਲ ਰਿਹਾ। ਪਰ ਜੇ ਉਹਦੀ ਕੁਆਲਿਟੀ ਨਹੀਂ ਅੱਛੀ ਜਾਂ ਰੇਟ ਵੱਧ ਹੈ ਅਤੇ ਅਸੀਂ ਉਹ ਰੇਟ 'ਤੇ ਉਹ ਚੀਜ਼ ਨਹੀਂ ਖਰੀਦਣਾ ਚਾਹੁੰਦੇ, ਤਾਂ ਅਸੀਂ ਫਿਰ ਬਾਹਰਲੀ ਮਾਰਕੀਟ, ਮਤਲਬ ਫੋਰਨ ਦੀ ਮਾਰਕੀਟ ਦੇਖਦੇ ਹਾਂ। ਵਿਦੇਸ਼ੀ ਮਾਰਕੀਟ ਵਿੱਚ ਉਸ ਪ੍ਰੋਡਕਟ ਨੂੰ ਦੇਖਦੇ ਹਾਂ ਕਿ ਕਿੱਥੇ ਅਵੇਲੇਬਲ ਆ। ਜਿੱਥੇ ਅਵੇਲੇਬਲ ਹੈ ਕਿ ਉੱਥੇ ਸਾਨੂੰ ਉਹ ਵਧੀਆ ਮੁੱਲ 'ਤੇ ਮਿਲ ਰਿਹਾ, ਵਧੀਆ ਕੁਆਲਿਟੀ ਦਾ ਮਿਲ ਰਿਹਾ, ਜਾਂ ਘੱਟ ਦਾ ਮੁੱਲ ਤੇ ਵਧੀਆ ਕੁਆਲਿਟੀ ਆ। ਮਤਲਬ ਉਹਦੇ ਅਸੀਂ ਸਾਰੇ ਪੈਰਾਮੀਟਰਸ ਦੇਖ ਕੇ ਡਿਸਾਈਡ ਕਰਦੇ ਹਾਂ ਕਿ ਅਸੀਂ ਇਹ ਪ੍ਰੋਡਕਟ ਕਿੱਥੋਂ ਖਰੀਦਣਾ ਹੈ, ਬਾਹਰਲੇ ਦੇਸ਼ 'ਚੋਂ ਖਰੀਦਣਾ ਹੈ ਕਿ ਨਹੀਂ। ਅਸੀਂ ਇਹ ਡਿਸਾਈਡ ਕਰ ਲੈਂਦੇ ਹਾਂ ਕਿ ਹਾਂ, ਜੇ ਵਿਦੇਸ਼ੀ ਮਾਰਕੀਟ ਵਿੱਚੋਂ ਵਧੀਆ ਮਿਲ ਰਿਹਾ ਅਤੇ ਰੇਟ ਵੀ ਠੀਕ ਹੈ ਤਾਂ ਫਿਰ ਅਸੀਂ ਉਸ ਚੀਜ਼ ਨੂੰ ਆਯਾਤ ਕਰਨ ਦਾ ਸੋਚ ਲੈਂਦੇ ਹਾਂ। ਅਤੇ ਇਸ ਤੋਂ ਬਾਅਦ ਜੋ ਵੱਖ-ਵੱਖ ਕਾਰਕ ਸਾਡੇ ਧਿਆਨ ਵਿੱਚ ਅਸੀਂ ਰੱਖਣੇ ਆ, ਉਹ ਫਸਟ ਵਨ ਹੈ ਡਿਸਾਈਡ ਔਨ ਅ ਮਾਰਕੀਟ ਦੈਟ ਯੂ ਵਾਂਟ ਟੂ ਐਂਟਰ। ਉਸ ਮਾਰਕੀਟ ਬਾਰੇ ਫੈਸਲਾ ਕਰੋ ਜਿਸ ਵਿੱਚ ਤੁਸੀਂ ਦਾਖਲ ਹੋਣਾ ਚਾਹੁੰਦੇ ਹੋ। ਸਭ ਤੋਂ ਪਹਿਲਾਂ ਇਹ ਫੈਸਲਾ ਕਰਨਾ ਹੁੰਦਾ ਹੈ ਕਿ ਕਿਸ ਦੇਸ਼ ਨਾਲ ਤੁਸੀਂ ਵਪਾਰ ਕਰਨਾ ਚਾਹੁੰਦੇ ਹੋ। ਵੱਖ-ਵੱਖ ਦੇਸ਼ਾਂ ਵਿੱਚ ਵੱਖ-ਵੱਖ ਉਤਪਾਦ ਪੈਦਾ ਕੀਤੇ ਜਾਂਦੇ ਆ। ਉਤਪਾਦਾਂ ਦੀ ਪੈਦਾਵਾਰ ਉੱਥੇ ਦੇ ਮੌਸਮ, ਭੂਗੋਲਿਕ ਸਥਿਤੀ, ਸੱਭਿਆਚਾਰ, ਜੀਵਨ ਸ਼ੈਲੀ ਦੇ ਅਨੁਸਾਰ ਹੀ ਹੋਵੇਗੀ।
ਇਹ ਆਯਾਤ ਕਰਨ ਵਾਲੇ ਦੇਸ਼ ਦਾ ਫੈਸਲਾ ਹੁੰਦਾ ਹੈ ਕਿ ਲੋੜੀਂਦਾ ਉਤਪਾਦ ਕਿਸ ਦੇਸ਼ ਦੀ ਮਾਰਕੀਟ ਵਿੱਚੋਂ ਖਰੀਦਣਾ ਹੈ। ਦੇਖੋ, ਚਾਈਨਾ, ਇੰਗਲੈਂਡ, ਅਮਰੀਕਾ, ਇਹ ਬਹੁਤ ਕਹ ਲਓ ਵਰਲਡ ਦੀਆਂ ਫਸਟ 3 ਪੋਜੀਸ਼ਨਸ ਦੀਆਂ ਮਾਰਕੀਟਸ ਆ, ਜਿੱਥੋਂ ਬਹੁਤ ਸਾਰੀਆਂ ਚੀਜ਼ਾਂ ਅਵੇਲੇਬਲ ਹੁੰਦੀਆਂ ਆ। ਬਹੁਤ ਸਾਰੀਆਂ ਕੰਟਰੀਜ਼ ਇਹਨਾਂ 3 ਮੇਨ ਕੰਟਰੀਜ਼ ਤੋਂ ਆਯਾਤ ਕਰਦੀਆਂ ਆ। ਤੇ ਜਦੋਂ ਅਸੀਂ ਚੀਜ਼ ਖਰੀਦਣੀ ਹੈ, ਅਸੀਂ ਇਹ ਜਿਹੜੀਆਂ ਫੇਮਸ ਮਾਰਕੀਟਸ ਆ ਇਹਨਾਂ ਵਿੱਚ ਵੀ ਉਸ ਪ੍ਰੋਡਕਟ ਨੂੰ ਦੇਖਦੇ ਆ ਕਿ ਅਵੇਲੇਬਲ ਹੈ ਕਿ ਨਹੀਂ। ਫਿਰ ਉੱਥੋਂ ਦੇ ਕਲਾਈਮੇਟ, ਉੱਥੋਂ ਦੀ ਭੂਗੋਲਿਕ ਸਥਿਤੀ, ਉੱਥੋਂ ਦੀ ਜੀਵਨ ਸ਼ੈਲੀ, ਉੱਥੋਂ ਦੇ ਸੱਭਿਆਚਾਰ ਦੇ ਅਕੋਰਡਿੰਗ ਉਹ ਜਿਹੜਾ ਪ੍ਰੋਡਕਟ ਹੈ ਉਹ ਡਿਜ਼ਾਈਨ ਹੋਏਗਾ। ਠੀਕ ਹੈ, ਤੇ ਅਸੀਂ ਇਹ ਦੇਖ ਲੈਂਦੇ ਆ ਕਿ ਸਾਨੂੰ ਉਸ ਤਰ੍ਹਾਂ ਦੀ ਚੀਜ਼ ਚਾਹੀਦੀ ਹੈ ਕਿ ਨਹੀਂ ਚਾਹੀਦੀ। ਫਿਰ ਅਸੀਂ ਇਹ ਫੈਸਲਾ ਕਰ ਲੈਂਦੇ ਆ ਕਿ ਅਸੀਂ ਕਿਹੜੇ ਦੇਸ਼ ਤੋਂ ਕਿਹੜੀ ਚੀਜ਼ ਖਰੀਦ ਰਹੇ ਹਾਂ। ਸੈਕਿੰਡ ਪੁਆਇੰਟ ਇਜ਼ ਸਟੱਡੀ ਦ ਲੋਕਲ ਡਿਮਾਂਡ ਆਫ ਦ ਕੰਟਰੀ। ਉਸ ਦੇਸ਼ ਦੀ ਸਥਾਨਕ ਮੰਗ ਦਾ ਅਧਿਐਨ ਕਰੋ। ਇਸ ਨਿਰਣੇ ਤੋਂ ਮਗਰੋਂ ਕਿਸ ਦੇਸ਼ ਤੋਂ ਉਤਪਾਦ ਖਰੀਦਣਾ ਹੈ। ਦੂਸਰਾ ਪੜਾਅ ਇਹ ਹੁੰਦਾ ਹੈ ਕਿ ਜੋ ਉਤਪਾਦ ਜਾਂ ਸਮਾਨ ਤੁਹਾਨੂੰ ਚਾਹੀਦਾ ਹੈ ਉਸ ਨਾਲ ਜਾਣੂ ਹੋਣਾ, ਜਿਸ ਨੂੰ ਖਰੀਦਣ ਲਈ ਤੁਸੀਂ ਉਸ ਦੇਸ਼ ਨਾਲ ਸੰਪਰਕ ਕੀਤਾ ਹੈ। ਤੁਸੀਂ ਉਸ ਦੇਸ਼ ਦੇ ਸਥਾਨਕ ਲੋਕਾਂ ਨਾਲ ਗੱਲਬਾਤ ਕਰ ਸਕਦੇ ਹੋ ਜਾਂ ਫਿਰ ਮਾਰਕੀਟ ਦਾ ਅਧਿਐਨ ਕਰ ਸਕਦੇ ਹੋ, ਜਿਸ ਨਾਲ ਤਾਜ਼ਾ ਰੁਝਾਨਾਂ ਬਾਰੇ ਜਾਣਕਾਰੀ ਇਕੱਠੀ ਕੀਤੀ ਜਾਂਦੀ ਹੈ। ਮਤਲਬ ਹੁਣ ਤੁਸੀਂ ਲੋਕਲ ਡਿਮਾਂਡ ਉਸ ਕੰਟਰੀ ਦੀ ਕੀ ਆ, ਇਸ ਚੀਜ਼ ਤੇ ਕਨਸੈਂਟਰੇਟ ਕਰਨਾ, ਇਸ ਚੀਜ਼ ਨੂੰ ਸਟੱਡੀ ਕਰਨਾ। ਤੇ ਜਦੋਂ ਅਸੀਂ ਆਨਲਾਈਨ ਉਸ ਦੂਸਰੇ ਦੇਸ਼ਾਂ ਵਿੱਚ ਉਸ ਪ੍ਰੋਡਕਟ ਨੂੰ ਲੱਭਦੇ ਹਾਂ ਜੋ ਸਾਨੂੰ ਚਾਹੀਦਾ ਆ, ਜਿਹੜੀ ਕੰਟਰੀ 'ਚੋਂ ਅਸੀਂ ਚੀਜ਼ ਖਰੀਦ ਰਹੇ ਹਾਂ, ਫਿਰ ਅਸੀਂ ਲੋਕਾਂ ਦੇ ਰਿਵਿਊ ਦੇਖਦੇ ਹਾਂ ਜਿਨ੍ਹਾਂ ਨੇ ਉਹ ਚੀਜ਼ ਖਰੀਦੀ ਹੋਵੇ। ਤੇ ਰਿਵਿਊ ਤੋਂ ਪਤਾ ਲੱਗਦਾ ਹੈ ਕਿ ਉਹਨਾਂ ਲੋਕਾਂ ਨੇ ਉੱਥੇ ਓਪਨਲੀ ਰਿਵਿਊ ਦਿੱਤੇ ਹੁੰਦੇ ਆ ਕਿ ਇਹ ਚੰਗੀ ਹੈ, ਮਾੜੀ ਹੈ, ਇਹਦੀ ਕੁਆਲਿਟੀ ਅੱਛੀ ਹੈ, ਇਹਦੇ ਰੇਟ ਦੇ ਅਕੋਰਡਿੰਗ ਇਹ ਵਧੀਆ ਹੈ। ਸਭ ਕੁਛ ਇਹ ਰਿਵਿਊਜ਼ ਵਿੱਚ ਤੋਂ ਸਾਨੂੰ ਪਤਾ ਲੱਗ ਜਾਂਦਾ। ਤੇ ਉੱਥੋਂ ਦੇ ਲੋਕਲ ਜਿਹੜੇ ਲੋਕ ਆ ਉਹਨਾਂ ਦੀ ਡਿਮਾਂਡ ਕਿਵੇਂ ਆ, ਮਤਲਬ ਜਿਹੜਾ ਪ੍ਰੋਡਕਟ ਤੁਸੀਂ ਖਰੀਦ ਰਹੇ ਆ ਉਸ ਚੀਜ਼ ਦੀ ਡਿਮਾਂਡ ਉਹਨਾਂ ਦੀ ਆਪਣੀ ਕੰਟਰੀ 'ਚ ਹੈ। ਉਹ ਤੋਂ ਪਤਾ ਲੱਗ ਜਾਂਦਾ ਕਿ ਉਹ ਚੀਜ਼ ਫੇਮਸ ਆ ਜਾਂ ਵਧੀਆ ਲੋਕੀ ਕਾਫੀ ਖਰੀਦ ਰਹੇ ਆ, ਤਾਂ ਸਾਨੂੰ ਵੀ ਖਰੀਦਣ ਵਿੱਚ ਕੋਈ ਪ੍ਰੋਬਲਮ ਨਹੀਂ ਹੋਊਗੀ। ਮਤਲਬ ਉਸ ਦੇਸ਼ ਦੀ ਸਥਾਨਕ ਮੰਗ ਦਾ ਅਧਿਐਨ ਕਰਨਾ ਬਹੁਤ ਜ਼ਰੂਰੀ ਹੁੰਦਾ ਹੈ। ਤੀਸਰਾ ਪੁਆਇੰਟ ਹੈ ਬੀ ਐਕਟਿਵ ਆਨਲਾਈਨ। ਆਨਲਾਈਨ ਸਰਗਰਮ ਰਹੋ। ਆਯਾਤ ਕਰਨ ਦੀ ਪ੍ਰਕਿਰਿਆ ਆਨਲਾਈਨ ਸ਼ੁਰੂ ਹੁੰਦੀ ਹੈ ਤੇ ਜਾਰੀ ਰਹਿੰਦੀ ਹੈ। ਜਦੋਂ ਅਸੀਂ ਆਯਾਤ ਕਾਰੋਬਾਰ ਨੂੰ ਵਿਕਸਿਤ ਕਰਦੇ ਹਾਂ ਤਾਂ ਵਰਚੁਅਲ ਵਾਤਾਵਰਣ ਦਾ ਅਹਿਮ ਰੋਲ ਹੁੰਦਾ ਹੈ। ਆਨਲਾਈਨ ਅਸੀਂ ਸੰਭਾਵੀ ਸਹਿਭਾਗੀ ਅਤੇ ਗ੍ਰਾਹਕ ਮਿਲ ਜਾਂਦੇ ਹਨ। ਆਯਾਤ ਨਿਰਯਾਤ ਦੇ ਖੇਤਰ ਵਿੱਚ ਵੱਖ-ਵੱਖ ਫੋਰਮਾਂ ਤੇ ਸਰਗਰਮ ਰਹਿਣਾ ਅਤੇ ਦੁਨੀਆ ਭਰ ਦੇ ਆਯਾਤਕਾਰਾਂ ਤੇ ਨਿਰਯਾਤਕਾਰਾਂ ਨਾਲ ਗੱਲਬਾਤ ਦਾ ਸਿਲਸਿਲਾ ਜਾਰੀ ਰੱਖਣਾ ਚਾਹੀਦਾ ਹੈ। ਹਾਂਜੀ ਬੱਚੇ, ਜਿਹੜੀ ਆਨਲਾਈਨ ਅਸੀਂ ਪ੍ਰੋਸੈਸ ਇਹ ਸਾਰੀ ਜਿਹੜੀ ਆ ਉਹ ਚੱਲਦੀ ਰਹਿੰਦੀ ਆ। ਜਦੋਂ ਅਸੀਂ ਸ਼ੁਰੂ ਤੋਂ ਲੈ ਕੇ ਐਂਡ ਤੱਕ ਇਹ ਜਿਹੜੀ ਪ੍ਰੋਸੈਸ ਆ ਉਹ ਆਨਲਾਈਨ ਹੀ ਚੱਲਦੀ ਆ। ਸ਼ੁਰੂ ਵੀ ਆਨਲਾਈਨ ਹੁੰਦੀ ਆ ਤੇ ਖਤਮ ਵੀ ਆਨਲਾਈਨ ਹੀ ਹੁੰਦੀ। ਮਤਲਬ ਅਸੀਂ ਆਨਲਾਈਨ ਦੇਖਦੇ ਹਾਂ, ਪ੍ਰੋਡਕਟ ਲੱਭਦੇ ਹਾਂ। ਹੁਣ ਦੇਸ਼ਾਂ ਵਿੱਚ ਜਾ ਕੇ ਚੀਜ਼ ਲੱਭਣਾ ਇਹ ਤਾਂ ਬੜੀ ਮੁਸ਼ਕਿਲ ਚੀਜ਼ ਹੈ ਨਾ। ਅਸੀਂ ਘਰ ਬੈਠੇ ਆਪਣੇ ਫੋਨ ਤੋਂ ਜਾਂ ਆਪਣੇ ਲੈਪਟਾਪ ਤੋਂ ਵੱਖ-ਵੱਖ ਜਿਹੜੀਆਂ ਸਾਈਟਸ ਆ ਉੱਥੇ ਤੇ ਸਰਚ ਕਰਕੇ ਉਹ ਵਾਲਾ ਪ੍ਰੋਡਕਟ ਜਿਹੜਾ ਲੱਭ ਲੈਂਦੇ ਆ ਤੇ ਫਿਰ ਉੱਥੇ ਸਾਨੂੰ ਉਸ ਚੀਜ਼ ਦੇ ਗਾਹਕਾਂ ਬਾਰੇ ਵੀ ਪਤਾ ਲੱਗ ਜਾਂਦਾ, ਕਿੱਥੇ ਉਹ ਅਵੇਲੇਬਲ ਆ ਇਹ ਵੀ ਪਤਾ ਲੱਗ ਜਾਂਦਾ। ਉਹਦੀ ਸਾਰੀ ਡਿਟੇਲ ਸਾਨੂੰ ਪਤਾ ਲੱਗਦੀ ਰਹਿੰਦੀ ਆ, ਪਰ ਤਾਂ ਹੀ ਪਤਾ ਲੱਗਦੀ ਆ ਜੇ ਅਸੀਂ ਆਨਲਾਈਨ ਐਕਟਿਵ ਆ, ਉਹਦੇ ਬਾਰੇ ਸਰਚ ਆਊਟ ਕਰਦੇ ਰਹਿੰਦੇ ਆ। ਇਸ ਲਈ ਸਾਨੂੰ ਆਨਲਾਈਨ ਹਮੇਸ਼ਾ ਸਰਗਰਮ ਰਹਿਣਾ ਚਾਹੀਦਾ, ਮਤਲਬ ਐਕਟਿਵ ਰਹਿਣਾ ਚਾਹੀਦਾ। ਜਿਹੜੇ ਲੋਕ ਆਯਾਤ ਤੇ ਨਿਰਯਾਤ ਦਾ ਕੰਮ ਕਰਦੇ ਆ ਉਹ ਆਨਲਾਈਨ ਬਹੁਤ ਐਕਟਿਵ ਰਹਿੰਦੇ ਆ। ਤੇ ਆਨਲਾਈਨ ਜਿਹੜਾ ਗੱਲਬਾਤ ਦਾ ਸਿਲਸਿਲਾ ਉਹਨਾਂ ਦਾ ਮਤਲਬ ਡੇਲੀ ਰੂਟੀਨ ਬੇਸ ਤੇ ਚੱਲਦਾ ਹੀ ਰਹਿੰਦਾ। ਤੇ ਇਸ ਤਰ੍ਹਾਂ ਹੀ ਜਿਹੜੀ ਪ੍ਰੋਸੈਸ ਆ ਉਹਦੇ ਵਿੱਚ ਆਨਲਾਈਨ ਐਕਟਿਵ ਹੋਣਾ ਬਹੁਤ ਹੀ ਜ਼ਿਆਦਾ ਜ਼ਰੂਰੀ ਆ। Find an exporter to work with during this process. ਇਸ ਪ੍ਰਕਿਰਿਆ ਦੇ ਦੌਰਾਨ ਕੰਮ ਕਰਨ ਲਈ ਇੱਕ ਨਿਰਯਾਤਕਾਰ ਲੱਭਣਾ। ਕਈ ਵਾਰ ਕਿਸੇ ਵਿਸ਼ੇਸ਼ ਦੇਸ਼ ਵਿੱਚ ਆਯਾਤ ਕਰਨ ਦਾ ਫੈਸਲਾ ਅਸੀਂ ਆਪ ਨਹੀਂ ਕਰ ਸਕਦੇ। ਉਸ ਸਮੇਂ ਤੁਹਾਨੂੰ ਨਿਰਯਾਤ ਕਰਨ ਵਾਲੇ ਸਾਥੀ ਦੀ ਸਹਾਇਤਾ ਲੈਣੀ ਪੈਂਦੀ ਹੈ ਤਾਂ ਜੋ ਤੁਸੀਂ ਆਪਣੇ ਵਿਕਲਪਾਂ ਬਾਰੇ ਉਹਨਾਂ ਨਾਲ ਵਿਚਾਰ ਵਟਾਂਦਰਾ ਕਰ ਸਕੋ। ਤੁਹਾਨੂੰ ਨਿਰਯਾਤ ਕਰਨ ਵਾਲੇ ਨਾਲ ਟੀਮ ਵਰਕ ਕਰਨਾ ਚਾਹੀਦਾ ਹੈ, ਜਿਸ ਨਾਲ ਤੁਹਾਡੇ
ਸਫਲ ਹੋਣ ਦੀ ਸੰਭਾਵਨਾ ਵੱਧ ਜਾਂਦੀ ਹੈ ਤੇ ਇਹ ਸਟੈਪ ਦੋਹਾਂ ਧਿਰਾਂ ਲਈ ਲਾਹੇਵੰਦ ਸਾਬਿਤ ਹੋਵੇਗਾ। ਜਦੋਂ ਅਸੀਂ ਆਨਲਾਈਨ ਐਕਟਿਵ ਹਾਂ, ਉਸ ਤੋਂ ਬਾਅਦ ਅਸੀਂ ਇਹ ਦੇਖਣਾ ਹੈ ਕਿ ਕਈ ਚੀਜ਼ਾਂ ਅਸੀਂ ਖੁਦ ਨਹੀਂ ਮੰਗਵਾ ਸਕਦੇ, ਸਾਨੂੰ ਨਹੀਂ ਪਤਾ ਲੱਗਦਾ ਜਾਂ ਸਾਨੂੰ ਨਹੀਂ ਸਮਝ ਆਉਂਦੀ ਕਿ ਚੀਜ਼ ਮਹਿੰਗੀ ਆ, ਪ੍ਰੋਡਕਟ ਮਹਿੰਗਾ ਆ, ਅਸੀਂ ਜੇ ਖਰੀਦਾਂਗੇ ਸਾਡਾ ਫੈਸਲਾ ਗਲਤ ਹੋ ਸਕਦਾ ਆ। ਫਿਰ ਅਸੀਂ ਕੀ ਕਰਦੇ ਆ, ਕੁਝ ਜਿਹੜੇ ਉਹਦੇ ਐਕਸਪੋਰਟਰ ਆ, ਜਿਹੜੇ ਉਹਨੂੰ ਉਸ ਪ੍ਰੋਡਕਟ ਨੂੰ ਭੇਜਣ ਵਾਲੇ ਆ, ਅਸੀਂ ਉਹਨਾਂ ਨਾਲ ਗੱਲਬਾਤ ਸ਼ੁਰੂ ਕਰਦੇ ਆ, ਉਹਨਾਂ ਤੋਂ ਉਸ ਸਮਾਨ ਬਾਰੇ ਡਿਟੇਲ 'ਚ ਜਾਣਕਾਰੀ ਲੈਂਦੇ ਆ। ਅਸੀਂ ਉਹਨਾਂ ਨੂੰ ਦੱਸਦੇ ਆ ਕਿ ਸਾਨੂੰ ਕੀ ਚੀਜ਼ ਚਾਹੀਦੀ ਆ, ਕਿਵੇਂ ਦੀ ਹੋਣੀ ਚਾਹੀਦੀ ਆ। ਫਿਰ ਉਹ ਜਿਹੜੇ ਨਿਰਯਾਤਕਾਰ ਆ ਉਹ ਸਾਨੂੰ ਗਾਈਡ ਕਰਦੇ ਆ ਤੇ ਜਦੋਂ ਉਹਨਾਂ ਦੀ ਗਾਈਡੈਂਸ ਦੇ ਨਾਲ ਜੇ ਸਾਨੂੰ ਉਹ ਪ੍ਰੋਡਕਟ ਵਧੀਆ ਲੱਗਦਾ ਤਾਂ ਅਸੀਂ ਡੀਲ ਕਰ ਲੈਂਦੇ ਆ, ਅਦਰਵਾਈਜ਼ ਅਸੀਂ ਉਹਨੂੰ ਸਟਾਪ ਕਰ ਦਿੰਦੇ ਆ। ਮਤਲਬ ਕੁਝ ਚੀਜ਼ਾਂ ਇਦਾਂ ਦੀਆਂ ਹੁੰਦੀਆਂ, ਕੁਝ ਪ੍ਰੋਡਕਟ ਇਦਾਂ ਦੇ ਹੁੰਦੇ ਆ ਜਿਹੜੇ ਅਸੀਂ ਫੈਸਲਾ ਨਹੀਂ ਲੈ ਸਕਦੇ ਕਿ ਅਸੀਂ ਖਰੀਦ ਲਈਏ ਫਟਾਫਟ ਆਨਲਾਈਨ, ਤੇ ਉਹਦੇ ਲਈ ਸਾਨੂੰ ਜ਼ਿਆਦਾ ਸਰਚ ਆਊਟ ਕਰਨਾ ਪੈਂਦਾ। ਨਿਰਯਾਤ ਜਿਹੜੇ ਉਹਦੇ ਨਿਰਯਾਤਕਾਰ ਆ ਉਹਨਾਂ ਨਾਲ ਗੱਲਬਾਤ ਕਰਨੀ ਪੈਂਦੀ ਆ। ਫਿਰ ਆਯਾਤਕਾਰਾਂ ਤੇ ਨਿਰਯਾਤਕਾਰਾਂ ਵਿੱਚ ਵਧੀਆ ਰਿਲੇਸ਼ਨ ਬਣ ਜਾਂਦਾ ਤੇ ਵਧੀਆ ਜਿਹੜਾ ਬਿਜ਼ਨਸ ਆ ਉਹ ਸਟਾਰਟ ਹੋ ਜਾਂਦਾ, ਜਿਹਦੇ ਵਿੱਚ ਦੋਨਾਂ ਧਿਰਾਂ ਨੂੰ ਕੁਛ ਨਾ ਕੁਛ ਫਾਇਦਾ ਹੁੰਦਾ ਹੈ। 5th point is get familiar with paperwork and local norms। ਕਾਗਜ਼ੀ ਕਾਰਵਾਈ ਤੇ ਨਿਯਮਾਂ ਤੋਂ ਜਾਣੂ ਹੋਣਾ। ਕਿਸੇ ਉਤਪਾਦ ਨੂੰ ਆਯਾਤ ਕਰਨ ਦੀ ਪ੍ਰਕਿਰਿਆ ਬਿਲਕੁਲ ਸਰਲ ਨਹੀਂ ਹੁੰਦੀ। ਇਸ ਵਿੱਚ ਕੁਝ ਮੁੱਖ ਰਸਮਾਂ ਦੀ ਜਾਣਕਾਰੀ ਰੱਖਣਾ ਅਤੀ ਜ਼ਰੂਰੀ ਹੁੰਦਾ ਹੈ। ਤੁਹਾਨੂੰ ਕਾਨੂੰਨੀ ਤੇ ਗੈਰ ਕਾਨੂੰਨੀ ਉਤਪਾਦਾਂ ਬਾਰੇ ਪੂਰੀ ਜਾਣਕਾਰੀ ਹੋਵੇ ਤੇ ਉਹਨਾਂ ਉੱਪਰ ਜੋ ਨਿਯਮ ਲਾਗੂ ਹੁੰਦੇ ਹਨ ਉਹਨਾਂ ਦੀ ਪੂਰੀ ਜਾਣਕਾਰੀ ਤੁਹਾਨੂੰ ਹੋਣੀ ਚਾਹੀਦੀ ਹੈ। ਜਿਵੇਂ ਜੇ ਤੁਸੀਂ ਤੰਬਾਕੂ ਦਾ ਆਯਾਤ ਕਰ ਰਹੇ ਹੋ ਤਾਂ ਇਸ ਉੱਪਰ ਕੁਝ ਵਿਸ਼ੇਸ਼ ਟੈਕਸ ਲੱਗਦੇ ਆ। ਵੱਖ-ਵੱਖ ਕਿਸਮ ਦੇ ਉਤਪਾਦਾਂ ਉੱਪਰ ਵੱਖ-ਵੱਖ ਨਿਯਮ ਲਾਗੂ ਹੁੰਦੇ ਹਨ। ਜਿੰਨੀ ਦੇਰ ਤੁਸੀਂ ਸਮਾਂ ਖਰਚ ਕਰਕੇ ਉਤਪਾਦ ਉੱਪਰ ਕਿਹੜੇ ਨਿਯਮ ਲਾਗੂ ਹਨ ਉਹਨਾਂ ਬਾਰੇ ਜਾਣਦੇ ਹੋ, ਉਨੀ ਦੇਰ ਤੁਸੀਂ ਆਯਾਤ ਦੀ ਪ੍ਰਕਿਰਿਆ ਸ਼ੁਰੂ ਨਹੀਂ ਕਰ ਸਕਦੇ। ਹਾਂਜੀ ਬੱਚੇ, ਜਦੋਂ ਅਸੀਂ ਚੀਜ਼ ਜਿਹੜੀ ਖਰੀਦਣੀ ਆ, ਕਈ ਵਾਰ ਅਸੀਂ ਉਹ ਕਾਨੂੰਨੀ ਤੌਰ ਤੇ ਜਾਂ ਗੈਰ ਕਾਨੂੰਨੀ ਤੌਰ ਤੇ ਉਹ ਚੀਜ਼ ਨਹੀਂ ਖਰੀਦ ਸਕਦੇ ਹੁੰਦੇ। ਹੁਣ ਜਿਵੇਂ ਤੰਬਾਕੂ ਹੈ, ਸ਼ਰਾਬ ਆ, ਜੇ ਅਸੀਂ ਇਹ ਬਾਹਰਲੇ ਦੇਸ਼ਾਂ ਚੋਂ ਇਹ ਚੀਜ਼ਾਂ ਖਰੀਦਣੀਆਂ ਤੇ ਇਹਨਾਂ ਉੱਪਰ ਐਕਸਟਰਾ ਟੈਕਸ ਪੇ ਕਰਨੇ ਪੈਂਦੇ ਆ ਤੇ ਇਹ ਚੀਜ਼ਾਂ ਆਸਾਨੀ ਨਾਲ ਨਹੀਂ ਇੱਕ ਦੇਸ਼ ਤੋਂ ਦੂਸਰੀ ਦੇਸ਼ ਦੀ ਸੀਮਾ ਜਿਹੜੀ ਉਹ ਕ੍ਰਾਸ ਨਹੀਂ ਕਰ ਸਕਦੇ, ਕਿਉਂਕਿ ਜੇ ਇਹ ਚੀਜ਼ਾਂ ਬਿਨਾਂ ਕਿਸੇ ਨੋਟੀਫਿਕੇਸ਼ਨ ਤੋਂ ਆਉਂਦੀਆਂ ਆ ਤਾਂ ਫਿਰ ਇਹ ਸਮਗਲਿੰਗ ਦਾ ਰੂਪ ਲੈ ਲੈਂਦਾ। ਇਸ ਲਈ ਕੁਝ ਚੀਜ਼ਾਂ ਕਿਹੜੀ ਚੀਜ਼ ਉੱਪਰ ਕਿਹੜੇ ਟੈਕਸ ਲੱਗਣੇ ਆ ਇਹ ਦੇਖਣਾ ਪੈਂਦਾ ਤੇ ਵੱਖਰੀ ਚੀਜ਼ ਦੇ ਉੱਪਰ ਵੱਖਰੇ ਪ੍ਰੋਡਕਟ ਦੇ ਉੱਪਰ ਵੱਖਰੇ ਟੈਕਸ ਪੇ ਕਰਨੇ ਪੈਂਦੇ ਆ। ਜਿਵੇਂ ਜੇ ਤੁਸੀਂ ਨੋਰਮਲੀ ਕੋਈ ਬੁੱਕਸ ਵਗੈਰਾ ਖਰੀਦਣੀ ਆ ਤਾਂ ਟੈਕਸ ਅਲੱਗ ਆ। ਜੇ ਤੁਸੀਂ ਤੰਬਾਕੂ ਮੰਨ ਲਓ ਖਰੀਦ ਰਹੇ ਆ, ਇਹ 'ਚ ਮੈਂ ਐਗਜ਼ਾਮਪਲ ਦਿੱਤੀ ਆ, ਤਾਂ ਉਹਦੇ ਤੇ ਜ਼ਿਆਦਾ ਟੈਕਸ ਪੇ ਹੁੰਦਾ। ਸੋ ਡਿਪੈਂਡ ਕਰਦਾ ਪ੍ਰੋਡਕਟ ਦੀ ਟਾਈਪ ਤੇ ਕਿ ਤੁਸੀਂ ਜੋ ਖਰੀਦਣਾ ਉਹਦੇ ਤੇ ਕਿਹੜਾ ਟੈਕਸ ਲੱਗਣਾ, ਕਿੰਨਾ ਲੱਗਣਾ, ਐਕਸਟਰਾ ਲੱਗਣਾ, ਨਹੀਂ ਲੱਗਣਾ। ਫਿਰ ਉਸ ਹਿਸਾਬ ਦੇ ਨਾਲ ਸਾਰਾ ਪੇਪਰ ਵਰਕ ਹੁੰਦਾ ਤੇ ਇਸ ਪ੍ਰਕਿਰਿਆ ਨੂੰ ਕਰਨ ਦੇ ਵਿੱਚ ਤੁਹਾਨੂੰ ਉਸ ਪ੍ਰੋਡਕਟ ਜਿਹੜਾ ਤੁਸੀਂ ਖਰੀਦ ਰਹੇ ਆ ਉਹਦੇ ਤੇ ਜਿਹੜੇ ਟੈਕਸ ਲੱਗਣੇ ਆ ਉਹਨਾਂ ਦੀ ਡਿਟੇਲ 'ਚ ਜਾਣਕਾਰੀ ਹੋਣਾ ਬਹੁਤ ਜ਼ਰੂਰੀ ਹੈ। And the last point is get contact with foreign embassies, trade development office। ਵਿਦੇਸ਼ੀ ਦੂਤਾਵਾਸਾਂ ਦੇ ਵਪਾਰ ਵਿਕਾਸ ਦਫ਼ਤਰ ਨਾਲ ਸੰਪਰਕ ਕਰੋ। ਜਦੋਂ ਆਯਾਤ ਨਿਰਯਾਤ ਦਾ ਕਾਰੋਬਾਰ ਕੀਤਾ ਜਾਂਦਾ ਹੈ ਤਾਂ ਵਿਦੇਸ਼ੀ ਦੂਤਾਵਾਸਾਂ ਦੇ ਸੰਪਰਕ ਵਿੱਚ ਰਹਿਣਾ ਬਹੁਤ ਜ਼ਰੂਰੀ ਹੁੰਦਾ ਹੈ ਤੇ ਜੇ ਤੁਸੀਂ ਆਯਾਤ ਕਰਨ ਲਈ ਨਵੇਂ ਉਤਪਾਦਾਂ ਨੂੰ ਲੱਭਣ ਵਿੱਚ ਦਿਲਚਸਪੀ ਰੱਖਦੇ ਹੋ ਤਾਂ ਵਪਾਰ ਵਿਕਾਸ ਦਫ਼ਤਰ ਦੇ ਸੰਪਰਕ ਵਿੱਚ ਰਹਿਣਾ ਜ਼ਰੂਰੀ ਹੁੰਦਾ ਹੈ। ਦੂਤਾਘਰ ਤੁਹਾਨੂੰ ਉਹਨਾਂ ਸਪਲਾਇਰਾਂ ਦੀ ਸੂਚੀ ਦੇ ਸਕਦੇ ਹਨ ਜਿਨ੍ਹਾਂ ਨਾਲ ਤੁਸੀਂ ਕਾਰੋਬਾਰ ਵਿਕਸਿਤ ਕਰਨਾ ਚਾਹੁੰਦੇ ਹੋ। ਵਿਦੇਸ਼ੀ ਦੂਤਾਵਾਸਾਂ ਨਾਲ ਵਧੀਆ ਸੰਬੰਧ ਤੁਹਾਡੇ ਲਈ ਉਤਪਾਦਾਂ ਨੂੰ ਲੱਭਣ ਵਿੱਚ ਸਹਾਈ ਹੁੰਦੇ ਹਨ। ਸੰਭਾਵੀ ਗ੍ਰਾਹਕਾਂ ਨੂੰ ਪ੍ਰਭਾਵਿਤ ਕਰਨ ਲਈ ਵੱਧ ਤੋਂ ਵੱਧ ਅਧਿਕਾਰਿਤ ਸੱਦਿਆਂ ਦਾ ਸਨਮਾਨ ਕਰੋ ਅਤੇ ਇੱਕ ਵਧੀਆ ਪੋਰਟਫੋਲੀਓ ਇਕੱਠਾ ਕਰੋ। ਇੱਕ ਵਧੀਆ ਉਤਪਾਦ ਦੀ ਭਾਲ ਉਤਪਾਦਾਂ ਨੂੰ ਲੱਭਣ ਨਾਲ ਨਹੀਂ ਹੁੰਦੀ, ਬਲਕਿ ਵਧੀਆ ਨਿਰਮਾਤਾ ਤੇ ਵਧੀਆ ਨਿਰਯਾਤਕਾਰਾਂ ਦੀ ਭਾਲ ਹੁੰਦੀ ਹੈ ਤੇ ਵਧੀਆ ਪੇਸ਼ਕਸ਼ਾਂ ਦੀ ਭਾਲ ਵਧੀਆ ਉਤਪਾਦਾਂ ਦੀ ਭਾਲ ਹੁੰਦੀ ਹੈ। ਹਾਂਜੀ ਬੱਚੇ, ਹੁਣ ਇਹਨੂੰ ਮੈਂ ਸਿੰਪਲ ਵਰਡਸ ਦੇ ਵਿੱਚ ਸਮਝਾਉਣੀ ਆ ਤੁਹਾਨੂੰ
ਕਿ ਜਦੋਂ ਅਸੀਂ ਆਯਾਤ ਨਿਰਯਾਤ ਦਾ ਕੋਈ ਵੀ ਕਾਰੋਬਾਰ ਕਰਦੇ ਹਾਂ ਤਾਂ ਜਿਹੜੀਆਂ ਅੰਬੈਸੀਜ਼ ਆ, ਜਿਨ੍ਹਾਂ ਨੂੰ ਅਸੀਂ ਪੰਜਾਬੀ 'ਚ ਦੂਤਾਵਾਸ ਕਹਿੰਦੇ ਆ, ਉਹਨਾਂ ਨਾਲ ਸੰਪਰਕ 'ਚ ਰਹਿਣਾ ਬਹੁਤ ਜ਼ਰੂਰੀ ਹੁੰਦਾ ਹੈ। ਤੇ ਜਦੋਂ ਅਸੀਂ ਕੋਈ ਚੀਜ਼ਾਂ ਆਯਾਤ ਕਰ ਰਹੇ ਹਾਂ ਜਾਂ ਕੁਝ ਨਵੇਂ ਪ੍ਰੋਡਕਟਸ ਨੂੰ ਲੱਭਣ ਵਿੱਚ ਅਸੀਂ ਇੰਟਰਸਟ ਰੱਖਦੇ ਹਾਂ ਤਾਂ ਜਿਹੜਾ ਵਪਾਰ ਵਿਕਾਸ ਦਫ਼ਤਰ ਆ ਉਹਦੇ ਨਾਲ ਸਾਨੂੰ ਸੰਪਰਕ ਕਰਨਾ ਪੈਂਦਾ। ਉਹ ਸਾਨੂੰ ਜਿਹੜੇ ਦੂਤਾ ਘਰ ਹੁੰਦੇ ਆ, ਉਹ ਸਾਨੂੰ ਜਿਹੜੇ ਸਪਲਾਇਰ ਹੁੰਦੇ ਆ, ਜਿਹੜਾ ਪ੍ਰੋਡਕਟ ਸਾਨੂੰ ਚਾਹੀਦਾ ਆ, ਉਹ ਪ੍ਰੋਡਕਟ ਕਿਹੜੇ-ਕਿਹੜੇ ਦੇਸ਼ਾਂ ਵਿੱਚ ਕਿਹੜੇ-ਕਿਹੜੇ ਲੋਕ ਸਪਲਾਇਰ ਜਿਹੜੇ ਆ ਉਹ ਸਪਲਾਈ ਕਰ ਰਹੇ ਆ ਉਸ ਚੀਜ਼ ਦੀ, ਉਹਨਾਂ ਦੀ ਸੂਚੀ ਸਾਨੂੰ ਇਹਨਾਂ ਐਮਬੈਸੀਜ਼ ਦੇ ਥਰੂ ਪ੍ਰਾਪਤ ਹੋ ਜਾਂਦੀ ਆ। ਤੇ ਜੇ ਸਾਡੇ ਕੋਲ ਲੋਕਾਂ ਦਾ ਫੋਨ ਨੰਬਰ ਹੋਵੇ ਤੇ ਉਹਨਾਂ ਦੇ ਕੋਈ ਵੈਬ ਜਿਹੜੇ ਐਡਰੈਸ ਹੋਣ ਤਾਂ ਅਸੀਂ ਉਹਨਾਂ ਕੋਲੋਂ ਆਰਾਮ ਨਾਲ ਸਮਾਨ ਜਿਹੜਾ ਉਹਦੀ ਸੂਚੀ ਜਿਹੜੀ ਆ ਉਹ ਪ੍ਰਾਪਤ ਹੋ ਜਾਂਦੀ ਹੈ ਤੇ ਸਾਨੂੰ ਪਤਾ ਲੱਗ ਜਾਂਦਾ ਸਾਨੂੰ ਜਿਹੜੇ ਪ੍ਰੋਡਕਟ ਚਾਹੀਦੇ ਉਹ ਕਿਹਦੇ ਕੋਲੋਂ ਮਿਲਣਗੇ। ਤੇ ਜਦੋਂ ਅਸੀਂ ਇਹ ਜਿਹੜਾ ਪ੍ਰੋਡਕਟ ਸਾਨੂੰ ਚਾਹੀਦੇ ਹੁੰਦੇ ਆ, ਜਦੋਂ ਅਸੀਂ ਸਰਚ ਆਊਟ ਕਰਦੇ ਆ ਤਾਂ ਇਹ ਜਿਹੜੇ ਦੂਤਾ ਘਰ ਆ ਇਹ ਸਾਨੂੰ ਬਹੁਤ ਹੈਲਪ ਕਰਦੇ ਆ ਤੇ ਇਹਨਾਂ ਨਾਲ ਵਧੀਆ ਜਿਹੜੇ ਰਿਲੇਸ਼ਨ ਜਿਹੜੇ ਆਯਾਤਕਾਰ ਨੂੰ ਉਹ ਰੱਖਣੇ ਚਾਹੀਦੇ ਆ। ਅਧਿਕਾਰਿਤ ਸੱਦਿਆਂ ਦਾ ਸਨਮਾਨ ਕਰੋ ਤੇ ਇੱਕ ਵਧੀਆ ਪੋਰਟਫੋਲੀਓ ਇਕੱਠਾ ਕਰੋ। ਮਤਲਬ ਇੱਕ ਵਧੀਆ ਜਿਹਦੇ ਵਿੱਚ ਇੱਕ ਲਿਸਟ, ਮਤਲਬ ਜਿਹਦੇ ਵਿੱਚ ਸਾਰੇ ਨਿਰਯਾਤਕਾਰ ਹੋਣ, ਉਸ ਪ੍ਰੋਡਕਟ ਨੂੰ ਨਿਰਯਾਤ ਕਰਨ ਵਾਲੇ, ਉਹਨੂੰ ਅਸੀਂ ਪੋਰਟਫੋਲੀਓ ਕਹਿੰਦੇ ਆ। ਸਮਝ ਆਈ ਕਿ ਪੋਰਟਫੋਲੀਓ ਕੀ ਹੁੰਦਾ? ਜਿਹੜਾ ਪ੍ਰੋਡਕਟ ਸਾਨੂੰ ਚਾਹੀਦਾ ਉਸ ਪ੍ਰੋਡਕਟ ਨੂੰ ਕਿਹੜੇ-ਕਿਹੜੇ ਦੇਸ਼ ਵਿੱਚ ਕਿਹੜਾ ਬੰਦਾ ਐਕਸਪੋਰਟ ਕਰ ਰਿਹਾ, ਉਹਨਾਂ ਦੀ ਪੂਰੀ ਡਿਟੇਲ ਹੁੰਦੀ ਆ, ਉਹਨੂੰ ਅਸੀਂ ਪੋਰਟਫੋਲੀਓ ਕਹਿੰਦੇ ਆ। ਤੇ ਉਹ ਜਿਹੜੇ ਵਧੀਆ ਪੋਰਟਫੋਲੀਓ ਸਾਨੂੰ ਬਹੁਤ ਹੈਲਪ ਕਰਦੇ ਆ। ਕਿਹੜੀ ਚੀਜ਼ ਸਾਨੂੰ ਚਾਹੀਦੀ ਅਸੀਂ ਪੋਰਟਫੋਲੀਓ 'ਚ ਦੇਖਦੇ ਉਹਨਾਂ ਲੋਕਾਂ ਨਾਲ ਕੰਟੈਕਟ ਕਰ ਲੈਂਦੇ ਆ। ਤੇ ਇੱਕ ਵਧੀਆ ਜਿਹੜਾ ਅਸੀਂ ਪ੍ਰੋਡਕਟ ਦੀ ਭਾਲ ਕਰਦੇ ਆ ਆਨਲਾਈਨ, ਉਹ ਇੱਕ ਵਧੀਆ ਪ੍ਰੋਡਕਟ ਦੀ ਭਾਲ ਨਹੀਂ ਹੁੰਦੀ, ਸਗੋਂ ਜਿਹੜਾ ਇੱਕ ਵਧੀਆ ਮੈਨੂਫੈਕਚਰਰ ਆ ਜਾਂ ਇੱਕ ਵਧੀਆ ਐਕਸਪੋਰਟਰ ਆ ਉਹਦੀ ਭਾਲ ਹੁੰਦੀ ਹੈ। ਤੇ ਜਿਹੜੇ ਵਧੀਆ ਮੌਕੇ, ਪੇਸ਼ਕਸ਼ਾਂ ਹੁੰਦੀਆਂ, ਪੇਸ਼ਕਸ਼ਾਂ ਮਤਲਬ ਜਿਹੜੇ ਲੋਕ ਸਾਨੂੰ ਆਫਰ ਕਰਦੇ ਆ ਕਿ ਇਹ ਪ੍ਰੋਡਕਟ ਸਾਡੇ ਕੋਲੋਂ ਖਰੀਦੋ, ਉਹਨੂੰ ਅਸੀਂ ਪੇਸ਼ਕਸ਼ ਕਹਿੰਦੇ ਆ। ਵਧੀਆ ਪੇਸ਼ਕਸ਼ਾਂ ਦੀ ਭਾਲ ਵਧੀਆ ਉਤਪਾਦਾਂ ਦੀ ਭਾਲ ਹੁੰਦੀ ਹੈ। ਹੋਪ ਤੁਹਾਨੂੰ ਇਹ ਸਾਰੀ ਪ੍ਰੈਜੈਂਟੇਸ਼ਨ ਬਹੁਤ ਵਧੀਆ ਤਰੀਕੇ ਹੋਏਗੀ। ਇਨ ਦਾ ਐਂਡ ਮੈਂ ਆਸ ਕਰਦੀ ਹਾਂ ਕਿ ਤੁਸੀਂ ਸਭ ਆਪਣੇ ਘਰਾਂ 'ਚ ਖੁਸ਼ ਹੋਵੋ, ਫਿੱਟ ਹੋਵੋ, ਤੰਦਰੁਸਤ ਹੋਵੋ। ਥੈਂਕ ਯੂ, ਧੰਨਵਾਦ।